ਵੀ ਹੁਣ ਤਾਂ ਹੀ ਕੋਟੀਆਂ ਸਵੈਟਰ ਸਾਰੇ ਬੁਣ ਕੇ ਭੇਜੀ ਜਾਂਦੇ ਆ, ਬੂਟ ਜਰਾਬਾਂ ਸਭ ਭੇਜੀ ਜਾਂਦੇ ਆ। ਉੱਥੇ ਬੱਚੇ ਠੰਡ 'ਚ ਬੈਠੇ ਨੇ। ਮੇਰੇ ਘਰ ਵਾਲਾ ਗਿਆ ਹੋਇਆ ਜੀ, ਉਹ ਅੰਗਹੀਣ ਹੈ, ਉੱਥੇ ਵੀ ਸੱਟਾਂ ਵੱਜ ਰਹੀਆਂ ਨੇ ਜੀ ਉਹਦੇ। ਫੇਰ ਵੀ ਸੰਘਰਸ਼ ਲੜ ਰਹੇ ਹਾਂ ਜੀ ਅਸੀਂ। ਔਰ ਮੈਂ ਹੁਣ ਵੀ ਕਹਿਣਾ ਕਿ ਜਿਹੜੇ ਵੀ ਸਾਥੀ ਜਾਣਾ ਚਾਹੁੰਦੇ ਨੇ ਦਿੱਲੀ, ਉਹ ਜਦੋਂ ਵੀ ਜਿੰਨੀ ਵੀ ਸਬਜ਼ੀ ਦੀ ਲੋੜ ਆ ਉਹ ਲਿਜਾ ਸਕਦੇ। ਹਰ ਮਾਲ ਫ੍ਰੀ, ਦਿੱਲੀ ਵਾਸਤੇ ਕੋਈ ਫਾਇਦਾ ਨਹੀਂ। ਸਬਜ਼ੀ ਤਾਂ ਬਹੁਤ ਛੋਟੀ ਚੀਜ਼ ਹੈ ਜੀ। ਆਪਣੇ ਦੇਸ਼ਾਂ ਵਿਦੇਸ਼ਾਂ ਤੋਂ ਵੀਰਾਂ ਨੇ ਤਾਂ ਉੱਥੇ ਜਿਹੜੇ ਜੀ ਕਾਜੂ ਬਦਾਮਾਂ ਦੇ ਪੀਜੇ 버ਗਰਾਂ ਦੇ ਲੰਗਰ ਲਗਾਤੇ। ਸਬਜ਼ੀ ਤਾਂ ਬਹੁਤ ਛੋਟੀ ਚੀਜ਼। ਉਹਦੇ ਨੱਕ 'ਚ ਦਮ ਲੈ ਕੇ ਚੱਟਣਾ ਹੈ। ਇਹ ਦਿੱਲੀ ਵਾਸਤੇ ਜਿਹੜੀਆਂ ਮਰਜ਼ੀ ਸਬਜ਼ੀਆਂ ਲੈ ਜਾਓ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਕਿਸਾਨ ਤੇ ਮਜ਼ਦੂਰ ਜਿਹੜੇ ਦਿੱਲੀ ਧਰਨੇ ਤੇ ਬੈਠੇ ਨੇ, ਸਰਦੀਆਂ ਦਾ ਮੌਸਮ ਹੈ, ਕੜਕਦਾਰ ਜਿਹੜੀ ਠੰਡ ਹੈ ਉਹ ਪੈ ਰਹੀ ਹੈ, ਔਰ ਇਸ ਠੰਡ ਦੇ ਵਿੱਚ ਜਿੰਨਾ ਵੀ ਸਟਰਗਲ ਕਰ ਰਹੇ ਨੇ ਉਹ ਮਤਲਬ ਆਪਾਂ ਸਭ ਨੂੰ ਨਜ਼ਰ ਆ ਰਿਹਾ ਹੈ, ਪਰ ਕੇਂਦਰ ਸਰਕਾਰ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਹੈ। ਕਿਸਾਨ ਅਤੇ ਮਜ਼ਦੂਰ ਠੰਡ ਤੋਂ ਬਚ ਸਕਣ, ਉਸ ਦਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਭੈਣਾਂ ਵੱਲੋਂ ਇੰਤਜ਼ਾਮ ਕੀਤਾ ਜਾ ਰਿਹਾ ਹੈ। ਉਹਨਾਂ ਲਈ ਗਰਮ ਸਵਾਟਰ ਬੁਣੇ ਜਾ ਰਹੇ ਹੈ, ਉਹਨਾਂ ਲਈ ਗਰਮ ਜਰਾਬਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਮਫਰਲ ਜਿਹੜੇ ਗਰਮ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇੱਥੇ ਬਸ ਨਹੀਂ ਹੈ, ਜੇ ਆਪਾਂ ਮਲੇਰਕੋਟਲੇ ਦੀ ਗੱਲ ਕਰੀਏ ਤੇ ਇੱਕ ਮੁਸਲਿਮ ਵੀਰ ਨੇ ਬਕਾਇਦਾ ਤੌਰ ਤੇ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਉਸ ਦੇ ਉੱਪਰ ਸਬਜ਼ੀ ਉਗਾਈ ਹੈ, ਔਰ ਉਸਨੇ ਇਹ ਅਨਾਉਂਸਮੈਂਟ ਕੀਤੀ ਹੈ ਕਿ ਪੂਰੀ ਦੀ ਪੂਰੀ ਜਿਹੜੀ ਇਹ ਸਬਜ਼ੀ ਹੈ ਇਹ ਕਿਸਾਨ ਜਿਹੜੇ ਦਿੱਲੀ ਧਰਨੇ ਤੇ ਗਏ ਹੋਏ ਨੇ ਉਹਨਾਂ ਦੇ ਲਈ ਉਗਾਈ ਜਾ ਰਹੀ ਹੈ। ਔਰ ਦੋਸਤੋ, ਇਹਨਾਂ ਦੋਹਾਂ ਖਬਰਾਂ ਦੇ ਨਾਲ ਰਿਲੇਟਡ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸੰਗਰੂਰ ਤੋਂ ਗੁਲਜ਼ਾਰ ਮੱਲੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਆ। ਮੱਲੀ ਸਾਹਿਬ, ਕੀ ਜਾਣਕਾਰੀ ਹੈ ਇਸ ਖਬਰ ਨੂੰ ਲੈ ਕੇ? ਜੀ ਸਹੋਤਾ ਜੀ, ਇਹ ਸੰਗਰੂਰ ਦੀ ਤੁਹਾਨੂੰ ਖਬਰ ਦੱਸ ਰਹੇ ਆ। ਸਾਡੀ ਏਵਨ ਪੰਜਾਬੀ ਟੀਮ ਨੇ ਜਦੋਂ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲਿਆ, ਜਿੱਥੇ ਬੀਬੀਆਂ ਨੇ ਵੱਧ ਚੜ ਕੇ ਪਹਿਲਾਂ ਤੁਹਾਨੂੰ ਦੱਸਿਆ ਕਿ ਲੰਗਰ ਵਾਸਤੇ ਰਸ਼ਦ ਇਕੱਠੀ ਕਰਕੇ ਭੇਜੀ ਅਤੇ ਆਪਦੇ ਘਰ ਦੇ ਜੋ ਜਿੰਨੇ ਪਿਛਲੇ ਕੰਮ ਧੰਦੇ ਸੀ ਉਹ ਸੰਭਾਲੇ। ਲੇਕਿਨ ਹੁਣ ਇੱਕ ਨਵਾਂ ਪੱਖ ਦੇਖਣ ਨੂੰ ਮਿਲਿਆ ਕਿ ਪਿੱਛੇ ਜੋ ਬੀਬੀਆਂ ਭੈਣਾਂ ਘਰਾਂ ਦੇ ਵਿੱਚ ਰਹਿ ਰਹੀਆਂ ਹਨ, ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜੋ ਬਜ਼ੁਰਗ ਮਾਂ-ਬਾਪ ਜਾਂ ਭਰਾ ਜੋ ਦਿੱਲੀ ਧਰਨੇ ਦੇ ਵਿੱਚ ਬੈਠੇ ਹਨ, ਕਿਉਂਕਿ ਠੰਡ ਦਾ ਮੌਸਮ ਹੈ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਉਹ ਪਿੰਡਾਂ ਦੇ ਵਿੱਚ ਇਕੱਠੀਆਂ ਹੋ ਕੇ ਉਹਨਾਂ ਵਾਸਤੇ ਜਰਾਬਾਂ, ਕੋਟੀਆਂ, ਸਵੈਟਰ ਤੇ ਟੋਪੀਆਂ ਵਗੈਰਾ ਤਿਆਰ ਕਰਕੇ ਉਹਨਾਂ ਨੂੰ ਦਿੱਲੀ ਪਹੁੰਚਾ ਰਹੇ ਹਨ, ਕਿਉਂਕਿ ਠੰਡ ਦੇ ਮੌਸਮ ਵਿੱਚ ਬਜ਼ੁਰਗਾਂ ਨੂੰ ਤੇ ਨੌਜਵਾਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਜੀ। ਪਰ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਵੀ ਹਾਂ ਪੱਖੀ ਜਵਾਬ ਆਉਂਦਾ ਨਜ਼ਰ ਨਹੀਂ ਆ ਰਿਹਾ ਮੱਲੀ ਸਾਹਿਬ। ਜੀ ਸਹੋਤਾ ਜੀ, ਕੇਂਦਰ ਸਰਕਾਰ ਕਿਸੇ ਵੀ ਅਜੇ ਮਤਲਬ ਝੁਕਦੀ ਨਜ਼ਰ ਨਹੀਂ ਆ ਰਹੀ। ਫਿਲਹਾਲ ਉਹਨਾਂ ਦਾ ਇਹੀ ਕਹਿਣਾ ਕਿ ਕਾਨੂੰਨਾਂ ਦੇ ਵਿੱਚ ਕੁਛ ਕੁ ਝੁਕੀ ਹੈ, ਜਿਸ ਕਾਰਨ ਉਹਨਾਂ ਨੇ ਇਹ ਕਿਹਾ ਵੀ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਵੇਗੀ। ਲੇਕਿਨ ਕਿਸਾਨ ਜਥੇਬੰਦੀਆਂ ਨੇ ਜੈਸ ਨੋ ਦਾ ਇੱਕੋ ਹੀ ਇਸ਼ਾਰਾ ਕੀਤਾ ਹੈ ਕਿ ਜਾਂ ਤਾਂ ਆਰਡੀਨੈਂਸ ਰੱਦ ਕਰੋ, ਨਹੀਂ ਅਸੀਂ ਜਿਸ ਤਰ੍ਹਾਂ ਮਤਲਬ ਧਰਨੇ ਦੇ ਵਿੱਚ ਬੈਠੇ ਆ ਜਾਰੀ ਨੇ, ਸਾਡੇ ਇਸ ਤਰ੍ਹਾਂ ਧਰਨੇ ਜਾਰੀ ਰਹਿਣਗੇ। ਉਹਨਾਂ ਨੂੰ ਕੋਈ ਠੰਡ ਦਾ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਚੀਜ਼ ਦਾ ਮਤਲਬ ਕੋਈ ਪਰਵਾਹ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸੈਂਟਰ ਸਰਕਾਰ ਸਾਡੇ ਇਹ ਆਰਡੀਨੈਂਸ ਰੱਦ ਨਹੀਂ ਕਰਦੀ, ਅਸੀਂ ਕੜਕਦੀ ਠੰਡ ਦੇ ਵਿੱਚ ਇਸੇ ਤਰ੍ਹਾਂ ਧਰਨੇ ਜਾਰੀ ਰੱਖਾਂਗੇ ਜੀ। ਮੱਲੀ ਸਾਹਿਬ, ਜੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਤੇ ਪੰਜਾਬ ਦਾ ਹਰ ਬੱਚਾ, ਹਰ ਨੌਜਵਾਨ, ਬੇਸ਼ੱਕ ਮਤਲਬ ਕਿਸੇ ਵੀ ਉਮਰ ਦਾ ਕਿਉਂ ਨਾ ਹੋਵੇ, ਕਿਸਾਨ ਜੋ ਦਿੱਲੀ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦੇ ਸਹਿਯੋਗ ਵਾਸਤੇ ਕੁਛ ਨਾ ਕੁਛ ਨਵਾਂ ਕਰਦੇ ਹੀ ਰਹਿੰਦੇ ਨੇ। ਕੋਈ ਪਿੰਨੀਆਂ ਬਣਾ ਕੇ ਭੇਜ ਰਿਹਾ, ਕੋਈ ਉਹਨਾਂ ਵਾਸਤੇ ਦੁੱਧ ਇਕੱਠਾ ਕਰਕੇ ਖੀਰ ਬਣਾ ਕੇ, ਮਤਲਬ ਕਹਿ ਸਕਦੇ ਆ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ। ਇਹ ਪੰਜਾਬ ਦੇ ਲੋਕਾਂ ਨੇ ਇੱਕ ਕਿਸਮ ਦੀ ਆਪਣੀ ਜ਼ਿੰਮੇਵਾਰੀ ਸਮਝੀ ਹੋਈ ਹੈ। ਜੀ ਸਹੋਤਾ ਜੀ, ਇਹ ਤਾਂ ਬਿਲਕੁਲ ਸਹੀ ਗੱਲ ਹੈ ਕਿ ਜੋ ਪੰਜਾਬ ਦੇ ਵਿੱਚ ਕਿਸਾਨੀ ਧਰਨੇ ਦੇ ਪਿੱਛੇ ਰਹਿ ਰਹੇ ਹਨ, ਉਹ ਆਪਣੇ ਪੂਰੇ ਤਨੋਂ ਮਨੋਂ ਜ਼ੋਰ ਲਗਾ ਰਹੇ ਹਨ ਕਿ ਹਰ ਇੱਕ ਪਿੰਡਾਂ ਦੇ ਵਿੱਚ ਅੱਡੋ ਅੱਡ ਮਤਲਬ ਡਿਊਟੀਆਂ ਲੱਗੀਆਂ ਹਨ ਕਿ ਕਿਸੇ ਪਿੰਡ ਦੇ ਵਿੱਚ ਮਾਈਆਂ ਵੱਲੋਂ ਮੱਠੀਆਂ ਵਗੈਰਾ ਬਣਾ ਕੇ ਭੇਜੀਆਂ ਜਾ ਰਹੀਆਂ ਹਨ, ਕਈ ਜਗ੍ਹਾ ਦੇ ਉੱਤੇ ਖੋਏ ਦੀਆਂ ਪਿੰਨੀਆਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ, ਅਤੇ ਸੁੱਕੀ ਰਸ਼ਦ ਵਗੈਰਾ
ਦੁੱਧ ਕਈ ਜਗ੍ਹਾ ਦੇ ਉੱਤੇ ਦੇਸੀ ਘਿਓ ਵੀ ਭੇਜਿਆ ਜਾ ਰਿਹਾ ਹੈ ਕਿ ਕਿਉਂਕਿ ਕਰੋਨਾ ਮਹਾਮਾਰੀ ਦਾ ਮਤਲਬ ਪ੍ਰਕੋਪ ਜਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ એનર્ਜੀ ਪੂਰੀ ਮਿਲੇ, ਜਾਣੀ ਕਿ ਧਰਨਿਆਂ ਦੇ ਵਿੱਚ ਕਿਸੇ ਚੀਜ਼ ਦੀ ਇਸ ਤਰ੍ਹਾਂ ਦੀ ਕਮੀ ਨਾ ਆਵੇ, ਸਾਡੇ ਕਿਸਾਨ ਜਿਹੜੇ ਨੇ ਕਿਸੇ ਬਿਮਾਰੀ ਨਾਲ ਗ੍ਰਸਤ ਨਾ ਹੋ ਜਾਣ, ਕਿਉਂਕਿ ਠੰਡ ਦਾ ਮੌਸਮ ਹੈ ਅਤੇ ਹਰ ਇੱਕ ਤਰ੍ਹਾਂ ਦੀ ਚੀਜ਼ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਮੁਹੱਈਆ ਵੀ ਕਰਵਾਈ ਜਾ ਰਹੀ ਹੈ। ਅਤੇ ਦੂਜੇ ਪਾਸੇ ਕੱਲ ਜੋ ਵੀ ਕਿਸਾਨ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ ਵੀ ਵੱਧ ਚੜ ਕੇ ਕਿਸਾਨ ਪਹੁੰਚਣ, ਪਿੰਡਾਂ ਦੇ ਵਿੱਚ ਜਾਗਰਤ ਹੋ ਕੇ ਪਿੰਡਾਂ ਦੇ ਵਿੱਚ ਟਰਾਲੀਆਂ ਟਰੈਕਟਰਾਂ ਰਾਹੀਂ ਕਿਸਾਨ ਆਗੂ ਨੇ ਜਿਹੜੇ ਉਹ ਮੁਹਿੰਮ ਚਲਾ ਰਹੇ ਹਨ ਕਿ ਜਿੰਨੇ ਵੀ ਵੱਧ ਤੋਂ ਵੱਧ ਕਿਸਾਨ ਮਤਲਬ ਵਰਕਰ ਲਾ ਲਓ ਜਾਂ ਕਿਸਾਨ ਬੀਬੀਆਂ ਲਾ ਲਓ ਵੀ ਉਹ ਦਿੱਲੀ ਵੱਲ ਨੂੰ ਕੂਚ ਕਰੋ ਅਤੇ ਸੈਂਟਰ ਸਰਕਾਰ ਦੇ ਉੱਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾਇਆ ਜਾ ਸਕੇ ਕਿ ਉਹ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਨ ਵਾਸਤੇ ਮਜਬੂਰ ਹੋ ਜਾਣ ਜੀ। ਔਰ ਮੱਲੀ ਸਾਹਿਬ, ਜੇ ਦੂਸਰੇ ਪਾਸੇ ਆਪਾਂ ਇਹ ਵੀ ਗੱਲ ਕਰੀਏ ਤੇ ਬਹੁਤ ਸਾਰੀ ਮੁਸਲਿਮ ਬਰਾਦਰੀ ਵੱਲੋਂ ਵੀ ਕਿਸਾਨਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਔਰ ਕੁਝ ਇੱਕ ਕਿਸਾਨਾਂ ਨੇ ਤਾਂ ਠੇਕੇ ਤੇ ਮਤਲਬ ਜ਼ਮੀਨ ਲੈ ਕੇ ਸਬਜ਼ੀ ਉਗਾਉਣੀ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਲਈ। ਕੀ ਅਪਡੇਟ ਇਸ ਖਬਰ ਨਾਲ ਰਿਲੇਟਡ? ਜੀ ਸੋਤਾ ਜੀ, ਇਸ ਪ੍ਰੋਟੈਸਟ ਦੇ ਵਿੱਚ ਹਰ ਇੱਕ ਧਰਮ ਦਾ ਲਾ ਲਓ, ਹਰ ਇੱਕ ਕਿੱਤੇ ਨਾਲ ਜੋ ਵੀ ਜੁੜਿਆ ਹੋਇਆ ਹੈ ਉਹ ਹਰ ਇੱਕ ਤਰ੍ਹਾਂ ਦਾ ਆਪਣਾ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਤਹਿਤ ਜੀ ਮਲੇਰਕੋਟਲਾ ਦਾ ਇੱਕ ਮੁਸਲਮ ਨੌਜਵਾਨ ਹੈ ਜਿਸ ਨੇ ਕਿ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਦਾ ਸੀ। ਉਸਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ ਜਿੰਨੀ ਵੀ ਸਬਜ਼ੀ ਮੇਰੇ ਖੇਤ ਵਿੱਚ ਹੋਏਗੀ, ਇਹ ਸਾਰੀ ਦੀ ਸਾਰੀ ਜਿੰਨੀ ਦੇਰ ਤੱਕ ਕਿਸਾਨੀ ਸੰਘਰਸ਼ ਚੱਲੇਗਾ, ਇਹ ਸਾਰੀ ਸਬਜ਼ੀ ਮੈਂ ਕਿਸਾਨਾਂ ਵਾਸਤੇ ਫ੍ਰੀ ਭੇਜਾਂਗਾ ਜੀ। ਔਰ ਆਪਣੇ ਆਪ ਵਿੱਚ ਮੱਲੀ ਸਾਹਿਬ ਬਹੁਤ ਵੱਡੀ ਗੱਲ ਹੈ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਅਨਾਉਂਸਮੈਂਟ ਹੈ। ਇੱਕ ਮੁਸਲਿਮ ਭਾਈਚਾਰੇ ਨਾਲ ਰਿਲੇਟਡ ਵੀਰ ਨੇ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਉਸ ਦੇ ਵਿੱਚ ਸਬਜ਼ੀ ਉਗਾਈ ਹੈ ਔਰ ਉਸਨੇ ਅਨਾਉਂਸ ਕਰ ਦਿੱਤਾ ਵੀ ਜਿੰਨੀ ਵੀ ਸਬਜ਼ੀ ਹੋਵੇਗੀ ਇਹ ਸਾਰੀ ਦੀ ਸਾਰੀ ਦਿੱਲੀ ਜਿਹੜੇ ਕਿਸਾਨ ਮਜ਼ਦੂਰ ਧਰਨਿਆਂ ਤੇ ਬੈਠੇ ਨੇ ਉਹਨਾਂ ਦੇ ਲਈ ਉਗਾਈ ਜਾਵੇਗੀ। ਇਸ ਸੰਬੰਧ ਵਿੱਚ ਭੈਣਾਂ ਨਾਲ ਕੀ ਗੱਲਬਾਤ ਹੋਈ ਹੈ ਔਰ ਇਸ ਮੁਸਲਿਮ ਵੀਰ ਦੇ ਨਾਲ ਕੀ ਗੱਲਬਾਤ ਹੋਈ ਹੈ ਤੁਸੀਂ ਸੁਣ ਸਕਦੇ ਹੋ। ਅਸੀਂ ਦੇਖਦੇ ਹਾਂ ਬਸ ਸਾਡੇ ਬੰਦੇ ਸਾਰੇ ਬੱਚੇ ਠੰਡ 'ਚ ਬੈਠੇ ਨੇ, ਉੱਥੇ ਮੁੰਡੇ ਸਾਰੇ ਠੰਡ 'ਚ ਬੈਠੇ ਨੇ, ਬਹੁਤ ਠੰਡ ਪੈਂਦੀ ਉੱਤੋਂ। ਘਰੇ ਅਸੀਂ ਆਪ ਸੰਭਾਲਦੇ ਹਾਂ ਕੰਮ ਵੀ, ਹੁਣ ਤਾਂ ਹੀ ਕੋਟੀਆਂ ਸਵੈਟਰ ਸਾਰੇ ਬੁਣ ਕੇ ਭੇਜੀ ਜਾਂਦੇ ਹਾਂ, ਬੂਟ ਜਰਾਬਾਂ ਸਭ ਭੇਜੀ ਜਾਂਦੇ ਹਾਂ। ਉੱਥੇ ਬੱਚੇ ਠੰਡ 'ਚ ਬੈਠੇ ਨੇ, ਇਹ ਇੱਕ ਦੇ ਲਈ ਨਹੀਂ ਸਾਰੇ ਲਈ ਹੈ ਵੀ ਸਾਡੇ ਤੰਨੇ ਕਾਨੂੰਨ ਤੰਨੇ ਰੱਦ ਹੋਣੇ ਚਾਹੀਦੇ ਨੇ। ਤੁਸੀਂ ਕਿੰਨੇ ਕਿ ਜਿਹੜੀਆਂ ਹੈਗੀਆਂ ਲੇਡੀਜ਼ ਇਕੱਠੀਆਂ ਹੋ ਕੇ ਜਿਹੜਾ ਇਹ ਬੁਣਦੀਆਂ ਹੈਗੀਆਂ? ਹਾਂਜੀ 10-15 ਜਣੀਆਂ ਜਨਾਨੀਆਂ ਜੀ। ਅਸੀਂ ਪਹਿਲਾਂ ਘਰ ਦਾ ਕੰਮ ਕਰਦੇ ਹਾਂ, ਫਿਰ ਹਰਾ ਚਾਰਾ ਕਰਦੇ ਹਾਂ, ਡੰਗਰ ਪਸ਼ੂਆਂ ਨੂੰ ਵੀ ਸੰਭਾਲਦੇ ਹਾਂ, ਫਿਰ ਬੁਣਦੇ ਹਾਂ, ਉਸ ਤੋਂ ਬਾਅਦ ਬੁਣ ਕੇ ਆਪਦੇ ਉਹਨਾਂ ਨੂੰ ਭੇਜਦੇ ਹਾਂ। ਤੁਹਾਡੇ ਘਰ ਦੇ ਕੋਈ ਧਰਨਿਆਂ ਤੇ ਵੀ ਜਾਂਦੇ ਨੇ? ਜਾਂਦੇ ਹਾਂ ਹਾਂਜੀ, ਧਰਨਿਆਂ ਤੇ ਵੀ ਜਾਂਦੇ ਹਾਂ, ਲਹਿਰੇ ਧਰਨੇ ਲੱਗਦੇ ਨੇ, ਜਾਂਦੇ ਹਾਂ ਉੱਥੇ ਧਰਨੇ ਤੇ, ਇਹ ਫਿਰ ਉੱਥੇ ਹੀ ਲੈ ਜਾਂਦੇ ਹਾਂ, ਵਿੱਚ ਬੈਠੇ ਬੁਣੀ ਜਾਂਦੇ ਹਾਂ, ਉਰੇ ਵੀ ਬੁਣ ਲਾਉਂਦੇ ਹਾਂ, ਰਾਤ ਬਰਾਤੇ ਵੀ 8-9 ਵਜੇ ਤੱਕ ਬੁਣੀ ਜਾਂਦੇ ਹਾਂ ਬੈਠੇ ਵੀ ਉਹਨਾਂ ਨੂੰ ਠੰਡ ਕਰਕੇ। ਜਿਹੜੇ ਆਪਣੇ ਮੋਦੀ ਸਾਹਿਬ ਨੇ ਜਿਹੜੇ 3 ਕਾਨੂੰਨ ਆਪਣੇ ਕਿਸਾਨਾਂ ਵਾਸਤੇ ਜਿਹੜੇ ਉਹ ਬਿਲਕੁਲ ਪੱਖ ਵਿੱਚ ਨਹੀਂ ਹੈਗੇ ਕਿਸਾਨਾਂ ਦੇ। ਅਸੀਂ ਪਹਿਲਾਂ ਇੱਥੇ ਪੰਜਾਬ ਦੇ ਵਿੱਚ 2 ਮਹੀਨਿਆਂ ਤੋਂ ਲਗਾਤਾਰ ਧਰਨੇ ਲਗਾ ਰਹੇ ਹਾਂ, ਬਟ ਉਹਨਾਂ ਤੋਂ ਕੋਈ ਵੀ ਮਤਲਬ ਕਿ ਰਿਜ਼ਲਟ ਨਹੀਂ ਆਇਆ ਹੈਗਾ। ਫਿਰ ਉਹ ਜਿਹੜੇ ਕਿਸਾਨ ਨੇਗੇ ਉਹ ਦਿੱਲੀ ਜਾ ਕੇ ਬੈਠੇ ਨੇ ਹੁਣ ਆਪਣੇ ਹੱਕ ਲੈਣ ਵਾਸਤੇ, ਅਤੇ ਹੁਣ ਵੀ ਉਹਨਾਂ ਨੂੰ 15 ਦਿਨ ਹੋ ਗਏ ਹੋਣਗੇ ਵੀ ਉੱਥੇ ਬੈਠਿਆਂ ਨੂੰ, ਠੰਡ ਦੇ ਵਿੱਚ ਬੈਠੇ ਨੇਗੇ। ਅਤੇ ਹੁਣ ਜਿਹੜਾ ਇਹ ਬਹੁਤ ਜ਼ਿਆਦਾ ਲੰਬਾ ਪ੍ਰੋਸੀਜਰ ਜਾਊਗਾ ਜਿੱਥੋਂ ਤੱਕ ਲੱਗਦਾ, ਤੇ ਹੁਣ ਜਿਹੜੀ ਹੌਲੀ ਹੌਲੀ ਜਿਹੜੀ ਠੰਡ ਆ ਉਹ ਵਧੀ ਜਾਊਗੀ, ਤੇ ਉਹਨਾਂ ਨੂੰ ਠੰਡ ਕਰਕੇ ਕੋਈ ਵੀ ਪਰੇਸ਼ਾਨੀ ਨਾ ਆਵੇ ਵੀ ਅਸੀਂ ਉੱਥੇ ਆਪਣਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੋਂ ਉਹਨਾਂ ਨੂੰ ਮਤਲਬ ਕਿ ਸਵੈਟਰ ਵਗੈਰਾ ਬੁਣ ਕੇ ਪਹੁੰਚਾ ਰਹੇ ਹਾਂ। ਕਿੰਨੇ ਕੁ ਲੇਡੀਜ਼ ਹੈਗੀਆਂ ਤੁਹਾਡੇ ਜਿਹੜੀਆਂ ਮਾਵਾਂ ਨੇ ਇਕੱਠੀਆਂ ਹੋ ਕੇ ਸਾਰੀਆਂ ਬੁਣਦੀਆਂ ਨੇ ਇੱਕ ਜਗ੍ਹਾ ਤੇ ਹੋ ਕੇ? ਹਾਂਜੀ, ਸਾਰੇ ਜਿਹੜੇ ਗੁਆਂਢ 'ਤੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਇੱਕ ਜਗ੍ਹਾ 'ਤੇ। ਫਿਰ ਕਈ ਵਾਰ ਜਦੋਂ ਧਰਨੇ 'ਤੇ ਵੀ ਜਾਂਦੇ ਆ ਉੱਥੇ ਵੀ ਲੈ ਕੇ ਵਗ ਜਾਂਦੇ ਆ, ਉੱਥੇ ਬੈਠ ਕੇ ਬੁਣੀ ਜਾਂਦੇ ਆ ਜਿੰਨਾ ਕੁ ਬੁਣਿਆ ਜਾਂਦਾ। ਫਿਰ ਘਰੇ ਆ ਕੇ ਵੀ ਬੁਣੀ ਜਾਂਦੇ ਆ ਜਿੰਨਾ ਕੁ ਕੰਮ ਕਰਕੇ ਉਹਨਾਂ ਨੂੰ ਟਾਈਮ ਮਿਲਦਾ, ਫ੍ਰੀ ਹੋ ਕੇ ਬੁਣ ਲੈਂਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਚਰਨਜੀਤ ਕੌਰ ਹੈ ਜੀ। ਚਰਨਜੀਤ ਜੀ, ਕੀ ਕਹਿਣਾ ਚਾਹੁੰਦੇ ਹੋ? ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਦਿੱਲੀ ਦੇ ਵਿੱਚ, ਉਹ ਫਿਰ ਵੀ ਹਾਂਜੀ। ਸੰਘਰਸ਼ ਤੇ ਡਟੇ ਹੋਏ ਨੇ, ਕਿਵੇਂ? ਹਾਂਜੀ, ਅਸੀਂ ਇਹੀ ਚਾਹੁੰਦੇ ਹਾਂ ਵੀ ਉੱਥੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ। ਜਦੋਂ ਉਹ 10-15 ਦਿਨਾਂ ਪਿੱਛੋਂ ਉਰੇ ਆਉਂਦੇ ਨੇ, ਅਸੀਂ ਸਮਾਨ ਤਿਆਰ ਕਰਕੇ ਰੱਖਦੇ ਹਾਂ, ਬੂਟ ਜਰਾਬਾਂ ਕੋਟ ਸਾਰਾ ਬੁਣ ਕੇ, ਵੀ ਜਵਾਕ ਨੇ ਸਾਡੇ ਗਏ ਹੋਏ ਨੇ ਉੱਥੇ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਵੀ ਉਹਨਾਂ ਵਾਸਤੇ ਸਮਾਨ ਤਿਆਰ ਰੱਖਦੇ ਹਾਂ ਜੀ। ਪਹਿਲਾਂ ਅਸੀਂ ਧਰਨੇ ਤੇ ਜਾਂਦੇ ਹਾਂ, ਲਹਿਰੇ ਅੱਗੇ ਲੱਗਿਆ ਹੋਇਆ ਜੀ, ਫਿਰ ਅਸੀਂ ਇੱਥੇ ਆ ਕੇ ਆਪਦਾ ਕੰਮ ਕਰਦੇ ਹਾਂ, ਡੰਗਰ ਪਸ਼ੂ ਵੀ ਸਾਂਭਦੇ ਹਾਂ। ਮੇਰੇ ਘਰ ਵਾਲਾ ਗਿਆ ਹੋਇਆ ਜੀ, ਉਹ ਅੰਗਹੀਣ ਹੈ, ਉੱਥੇ ਵੀ ਸੱਟਾਂ ਵੱਜ ਰਹੀਆਂ ਨੇ ਜੀ ਉਹਦੇ, ਫਿਰ ਵੀ ਸੰਘਰਸ਼ ਲੜ ਰਹੇ ਹਾਂ ਜੀ। ਅਸੀਂ ਮਗਰ ਨਹੀਂ ਮੁੜਨ ਵਾਲੇ, ਅਸੀਂ 3 ਕਾਨੂੰਨ ਰੱਦ ਕਰਾ ਕੇ ਹਟਾਂਗੇ। ਜੇ ਮੋਦੀ ਨੂੰ ਆਏ ਹੋਵੇ ਵੀ ਇਹ ਉਰੋਂ ਹੀ ਵਗ ਜਾਣਗੇ, ਹੁਣ ਹਰਿਆਣਾ ਵੀ ਸਾਡੇ ਨਾਲ ਜੁੜ ਗਿਆ,
ਇਹ ਜਿਹੜੇ ਤੁਸੀਂ ਆ ਕੋਟੀਆ ਸਵੈਟਰ ਬੁਣਦੇ ਹੋ ਇਹ ਇਕੱਲੇ ਆਪਣੇ ਘਰ ਵਾਲਿਆਂ ਵਾਸਤੇ ਬੁਣਦੇ ਹੋ ਜਾਂ ਮਤਲਬ ਉੱਥੇ ਜਿੰਨੇ ਵੀ ਹੈਗੇ ਨਾ ਜੀ ਸਾਰਿਆਂ ਵਾਸਤੇ ਇਹ ਹਰਿਆਣੇ ਵਾਲੇ ਭਾਈ ਸਾਡੇ ਨੇ, ਉਹ ਵੀ ਸਾਡੇ ਵੀਰ ਨੇ, ਕਿਸਾਨ ਵੀਰ ਨੇ, ਜਿਹਨੂੰ ਜ਼ਰੂਰਤ ਉਹਨਾਂ ਹੈ। ਵਾਸਤੇ ਵੀ ਨੇ, ਬੀਬੀਆਂ ਮਾਤਾ ਬੈਠੀਆਂ ਨੇ ਉੱਥੇ, ਸਾਡੀਆਂ ਸੱਸਾਂ ਬੈਠੀਆਂ ਨੇ ਜੀ। ਅਸੀਂ ਉਹਨਾਂ ਵਾਸਤੇ ਵੀ ਬੂਟ ਬੁਣ ਭੇਜ ਰਹੇ ਹਾਂ ਜੀ ਉਰੋਂ, ਕੋਟੀਆਂ ਬੂਟ ਕਿਸੇ ਮਰਜ਼ੀ ਦੀ ਲੋੜ ਹੋਵੇ ਜਿਹਨੂੰ ਉਹ ਲੈ ਸਕਦਾ ਉੱਥੋਂ ਹੀ। ਕੋਈ ਹੈ ਚਾਹੇ ਪੰਜਾਬ ਦਾ, ਹਰਿਆਣੇ ਦਾ, ਕੋਈ ਮਰਜ਼ੀ ਹੈ, ਜਿਹੜਾ ਸਾਡੇ ਨਾਲ ਜੁੜ ਗਿਆ ਉਹ ਸਾਡਾ ਭਾਈ ਹੈ ਜੀ। ਸਫੀ ਮੁਹੰਮਦ ਜੀ। ਸਫੀ ਮੁਹੰਮਦ ਜੀ, ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਿਹਾ ਵੀ ਦਿੱਲੀ ਸੰਘਰਸ਼ ਵਾਸਤੇ ਜਿੰਨੇ ਵੀ ਕਿਸਾਨ ਉੱਥੇ ਬੈਠੇ ਨੇ ਮੇਰੇ ਵੱਲੋਂ ਸਬਜ਼ੀ ਫ੍ਰੀ ਦਿੱਤੀ ਜਾਊਗੀ, ਕੀ ਕਹਿਣਾ ਚਾਹੋਗੇ? बिल्कुल जी, देखो मेरे दिल दी का तमन्ना जो तो संघर्ष शुरू होया और मैं खुद भी जाना चाहना और इंशाल्लाह 1-2 दिनों तक अपने खेत के काम निमेड़ के मैं भी जाके आऊँगा, हाज़री लवा के आऊँगा। और असी जिहड़ा सब्जी का काम करते हैं कि यही सोच के कि जिहड़े उत्थे एडे एडे लोग योगदान पा रहे हैं, मैं भी अपने वालों जिहड़ा सब्जी का योगदान पावां। वैसे तो सब्जी बहुत छोटी चीज़ है पर जिन्ना क मैं कर सकदा इस जिहड़ा आपां कह दईए कि ਇਨਸਾਨਾਂ ਨੂੰ ਬਚਾਉਣ ਖਾਤਰ, ਕਿਸਾਨਾਂ ਨੂੰ ਨਹੀਂ ਇਨਸਾਨਾਂ ਨੂੰ ਬਚਾਉਣ ਖਾਤਰ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਕਿ ਉਹਦੇ ਵਿੱਚ ਮੇਰਾ ਵੀ ਹਿੱਸਾ ਪੈ ਜਾਵੇ। ਸਫੀ ਜੀ, ਜਿਹੜੀ ਤੁਸੀਂ ਖੇਤੀ ਕਰਦੇ ਹੋ ਤੁਹਾਡੀ ਜ਼ਮੀਨ ਆਪਣੀ ਹੈ ਜਾਂ ਤੁਸੀਂ ਠੇਕੇ ਤੇ ਲੈ ਕੇ ਕੰਮ ਕਰਦੇ ਹੋ? ਨਹੀਂ, ਅਸੀਂ ਜੇ ਸਾਰੀ ਜ਼ਮੀਨ ਜਿਹੜੀ ਹੈ ਜੀ ਠੇਕੇ ਤੇ ਲੈ ਕੇ ਕਰਦੇ ਹਾਂ ਔਰ ਅੱਲਾ ਦਾ ਸ਼ੁਕਰ ਹੈ ਜਿਹੜੇ ਠੇਕੇ ਵਾਲੇ ਜ਼ਮੀਨ ਦੇ ਮਾਲਕ ਨੇ ਉਹ ਵੀ ਬਹੁਤ ਕੋਆਪਰੇਟ ਕਰਦੇ ਨੇ ਸਾਡੇ ਨਾਲ। ਠੀਕ ਹੈ ਜੀ, ਉਹਨਾਂ ਵੱਲੋਂ ਵੀ ਸਾਨੂੰ ਪੂਰੀ ਹੈਲਪ ਰਹਿੰਦੀ ਹੈ। ਇਸੇ ਕਰਕੇ ਅਸੀਂ ਜਿਹੜਾ ਵੀ ਮਤਲਬ ਕਿ ਇਹ ਮੈਂ ਆਪਣੇ ਵੱਲੋਂ ਐਲਾਨ ਕਰਿਆ ਸੀਗਾ ਜੀ ਔਰ ਮੈਂ ਹੁਣ ਵੀ ਕਹਿਣਾ ਕਿ ਜਿਹੜੇ ਵੀ ਸਾਥੀ ਜਾਣਾ ਚਾਹੁੰਦੇ ਨੇ ਦਿੱਲੀ ਉਹ ਜਦੋਂ ਵੀ ਜਿੰਨੀ ਵੀ ਸਬਜ਼ੀ ਦੀ ਲੋੜ ਆ ਉਹ ਲਿਜਾ ਸਕਦੇ ਨੇ। ਗੱਲ ਕਰੀਏ ਜੇ ਠੇਕੇ ਦੀ, ਠੇਕੇ ਤੇ ਜ਼ਮੀਨ ਫਿਰ ਵੀ ਤੁਸੀਂ ਐਡਾ ਵੱਡਾ ਐਲਾਨ ਕਰਤਾ ਕਿਉਂਕਿ ਘਰ ਦੇ ਖਰਚੇ ਵੀ ਨੇ, ਠੇਕਾ ਵੀ ਕੱਢਣਾ, ਉਹਦੇ ਬਾਵਜੂਦ ਕੁਝ ਨਹੀਂ ਹੁੰਦਾ ਜੀ। ਉਹਦੇ ਨਾਲ ਕੀ ਹੋਣਾ ਜੀ, ਜਿਹੜੇ ਆਪਾਂ ਉਹ ਕਰਨ ਵਾਲੇ ਆ ਮਤਲਬ ਕਿ ਕਹਿ ਦਈਏ ਕਿ ਇਸ ਸੰਘਰਸ਼ ਦੇ ਵਿੱਚ ਸਬਜ਼ੀ ਤਾਂ ਬਹੁਤ ਛੋਟੀ ਚੀਜ਼ ਹੈ ਜੀ। ਆਪਣੇ ਦੇਸ਼ਾਂ ਵਿਦੇਸ਼ਾਂ ਤੋਂ ਵੀਰਾਂ ਨੇ ਤਾਂ ਉੱਥੇ ਜਿਹੜੇ ਜੀ ਕਾਜੂ ਬਦਾਮਾਂ ਦੇ, ਪੀਜੇ 버ਗਰਾਂ ਦੇ ਲੰਗਰ ਲਗਾਤੇ। ਸਬਜ਼ੀ ਤਾਂ ਬਹੁਤ ਛੋਟੀ ਚੀਜ਼ ਹੈ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫ੍ਰੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫ੍ਰੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।